ਗਰਮੀ ਦਾ ਮੌਸਮ ਸੀ। ਮੈਂ ਸਕੂਲੋਂ ਆਈ ਤਾਂ ਅੱਗੇ ਛੋਟੇ ਭੂਆ ਜੀ ਆਏ ਬੈਠੇ ਸਨ। ਮੇਰਾ ਦੇਖ ਕੇ ਜਿਵੇਂ ਤਰਾਹ ਨਿਕਲ ਗਿਆ। ਸਤਿ ਸ਼੍ਰੀ ਅਕਾਲ ਵੀ ਬੁਲਾਉਣੀ ਯਾਦ ਨਾ ਰਹੀ। ਸਿੱਧੀ ਆਪਣੇ ਕਮਰੇ ਵਿੱਚ ਚਲੀ ਗਈ। ਭੂਆ ਜੀ ਉੱਠ ਕੇ ਮਗਰ ਆ ਗਏ। ਕੀ ਗੱਲ, ਅਸੀਂ ਤੇਰੇ ਦੁਸ਼ਮਣ ਆ ਕਿ ਜਾਂ ਅੰਮਾ ਨੇ ਸਿਖਾਤੀ? ਸਤਿ ਸ਼੍ਰੀ ਅਕਾਲ ਦਾ ਵੀ ਭਾਅ ਨਹੀਂ ਰਿਹਾ। ਮੈਂ ਕੋਈ ਉੱਤਰ ਨਹੀਂ ਦਿੱਤਾ। ਮੈਂ ਤਾਂ ਮੀਚ ਲੈਣ ਆਈ ਆ, ਅਗਲਿਆਂ ਕੱਪੜੇ ਸਵਾਉਣੇ ਨੇ। ਪਰ ਬੀਬੀ, ਇਸ ਨੇ ਤਾਂ ਹਾਲੇ ਵਧਣਾ ਏ। ਉਮਰ ਹੀ ਕੀ ਹੈ, ਆਖ ਪੱਕੇ ਮੇਚੇ ਦੇ ਸਵਾ ਲੈਣ ਜਾਂ ਅਣਸੀਤੇ ਹੀ ਰਹਿਣ ਦੇਣ। ਪਿੱਛੋਂ ਆ ਗਏ ਬੇਜੀ ਨੇ ਮੇਰੀ ਥਾਂ ਉੱਤਰ ਦਿੱਤਾ। ਭੂਆ ਜੀ ਮੇਰੇ ਕਮਰੇ ਵਿੱਚ ਕੁਰਸੀ ਉੱਤੇ ਬੈਠ ਗਏ। ਸ਼ਾਇਦ ਕੁਝ ਹੋਰ ਆਖਣਾ ਚਾਹੁੰਦੇ ਸੀ। ਮੈਂ ਤੌਲੀਆ ਲੈ ਕੇ ਗੁਸਲਖਾਨੇ ਵੱਲ ਨੂੰ ਤੁਰ ਪਈ। ਬਾਹਰ ਬੰਦ ਕਰਕੇ ਨਲਕਾ ਛੱਡ ਕੇ ਮੈਂ ਗੋਡਿਆਂ 'ਚ ਸਿਰ ਦੇਈ ਬੈਠੀ ਰੋਂਦੀ ਰਹੀ। ਮੈਂ ਕਿਉਂ ਰੋ ਰਹੀ ਸੀ? ਬਸ ਰੋਣਾ ਆ ਰਿਹਾ ਸੀ। ਕਿੰਨੀ ਚਿਰ ਮਗਰੋਂ ਮੂੰਹ ਮਾਹ ਧੋ ਕੇ ਮੈਂ ਬਾਹਰ ਆਈ। ਭੂਆ ਜੀ ਬੜੀਆਂ ਗਹਿਰੀਆਂ ਅੱਖਾਂ ਨਾਲ ਮੇਰੇ ਵੱਲ ਤੱਕ ਰਹੇ ਸਨ। ਭੂਆ ਜੀ ਅਗਲੇ ਦਿਨ ਚਲੇ ਗਏ, ਪਰ ਘਰ ਦਾ ਜਿਵੇਂ ਅਮਨ ਚੈਨ ਭੰਗ ਹੋ ਗਿਆ ਸੀ। ਹੁਣ ਘਰ ਵਿੱਚ ਇੱਕ ਹਫੜਾ ਦਫੜੀ ਮੱਚੀ ਰਹਿੰਦੀ। ਸ਼ਾਲ ਬਣਵਾਉਣ ਲਈ ਘਰ ਪਸ਼ਮੀਨਾ ਕਤਵਾਇਆ ਜਾ ਰਿਹਾ ਸੀ। ਸਲਮੇ ਸਿਤਾਰੇ ਵਾਲੀਆਂ ਜੁੱਤੀਆਂ ਕੱਢੀਆਂ ਜਾ ਰਹੀਆਂ ਸਨ। ਦਰਜੀ ਰੇਸ਼ਮੀ ਰਜ਼ਾਈਆਂ ਗਦੈਲੇ ਸੀਨ ਬੈਠ ਗਿਆ ਸੀ। ਸਿੱਧੇ ਪੱਤੇ ਦੀਆਂ ਬੋਰੀਆਂ ਆ ਰਹੀਆਂ ਸਨ। ਕੱਪੜੇ ਖਰੀਦੇ ਜਾ ਰਹੇ ਸਨ। ਗਹਿਣੇ ਪਸੰਦ ਕੀਤੇ ਜਾ ਰਹੇ ਸਨ। ਮਰਾਸਣਾਂ ਨੂੰ ਫੁਲਕਾਰੀਆਂ ਕੱਢਣੀਆਂ ਦੇ ਦਿੱਤੀਆਂ ਸਨ। ਕਿੰਨੀਆਂ ਹੀ ਕੁੜੀਆਂ ਚਿੜੀਆਂ ਸਿਲਾਈ ਕਢਾਈ ਦੇ ਕੰਮ ਕਰ ਰਹੀਆਂ ਸਨ। ਭਾਬੀ ਬਲਵੰਤ ਸਵਾਰ ਕੇ ਰੇਸ਼ਮੀ ਚੁੰਨੀਆਂ ਨੂੰ ਗੋਟੇ ਲਾ ਰਹੀ ਸੀ। ਇਸ ਸਾਰੇ ਰਾਮ ਰੌਲੇ ਵਿੱਚ ਮੈਂ ਚੁੱਪਚਾਪ ਸਕੂਲ ਜਾਂਦੀ, ਸਕੂਲੋਂ ਆ ਜਾਂਦੀ, ਜਿਵੇਂ ਇਹ ਸਭ ਕਾਸੇ ਦਾ ਮੇਰੇ ਨਾਲ ਕੋਈ ਵਾਸਤਾ ਨਹੀਂ ਸੀ। ਕੁਝ ਹੀ ਦਿਨਾਂ ਵਿੱਚ ਨਵੀਆਂ ਪੇਟੀਆਂ ਬਣ ਗਈਆਂ। ਸਮਾਨ ਨਾਲ ਘਰ ਭਰ ਗਿਆ। ਬਕਸਿਆਂ ਦੀਆਂ ਲਾਈਨਾਂ ਲੱਗ ਗਈਆਂ। ਇੱਕ ਬਕਸੇ ਵਿੱਚ ਬੂਟ, ਸੈਂਡਲ ਤੇ ਕੱਢਵੀਆਂ ਪੱਕੇ ਮੇਚੇ ਦੀਆਂ ਜੁੱਤੀਆਂ ਸਨ। ਇੱਕ ਵਿੱਚ ਕੱਢੀਆਂ ਹੋਈਆਂ ਰੇਸ਼ਮੀ ਚਾਦਰਾਂ, ਬੈੱਡ ਕਵਰ, ਮੇਜ਼ਪੋਸ਼, ਸਿਰਹਾਣੇ, ਗੱਦੀਆਂ, ਮੋਤੀਆਂ ਵਾਲੇ ਗਲਾਸਾਂ ਤੇ ਜੱਗ ਦੇ ਕਵਰ, ਟੀਕੋਜੀਆਂ ਆਦਿ ਸਨ। ਇੱਕ ਬਕਸਾ ਚਾਂਦੀ ਦੇ ਭਾਂਡਿਆਂ ਦਾ ਭਰਿਆ ਹੋਇਆ ਸੀ, ਦੂਸਰਾ ਸਟੀਲ ਦਿਆਂ ਦਾ। ਇੱਕ ਪੇਟੀ ਵਿੱਚ ਰਜਾਈਆਂ ਗਦੈਲੇ ਸਨ, ਦੂਸਰੀ ਵਿੱਚ ਦਰੀਆਂ, ਖੇਸ, ਚਤਹੀਆਂ, ਸਿਰਹਾਣੇ, ਪਰਦੇ। ਇੱਕ ਬਕਸੇ ਵਿੱਚ ਪੱਕੇ ਮੇਚੇ ਦੇ ਸੂਟ, ਸਾੜੀਆਂ ਤੇ ਇੱਕ ਬਕਸੇ ਵਿੱਚ ਗਹਿਣਿਆਂ ਦੇ ਡੱਬੇ ਸਨ। ਬੇਜੀ ਚਾਈਂ ਸਾਰੀਆਂ ਚੀਜ਼ਾਂ ਸਭ ਨੂੰ ਵਿਖਾਉਂਦੇ ਸਨ। ਗੁਰੂ ਮਹਾਰਾਜ ਪ੍ਰਕਾਸ਼ ਹੋ ਗਿਆ। ਕਾਰਡ ਛਪ ਗਏ ਸਨ। ਨਾ ਕੁਝ ਮੇਰੇ ਕੋਲੋਂ ਪੁੱਛਿਆ ਜਾਂਦਾ ਸੀ ਤੇ ਨਾ ਹੀ ਕੁਝ ਮੈਨੂੰ ਦੱਸਿਆ ਜਾਂਦਾ ਸੀ। ਮੇਲੇ ਜਿਹੇ 'ਚ ਮੈਂ ਗਵਾਚਿਆਂ ਵਾਂਗ ਫਿਰਦੀ ਰਹਿੰਦੀ। ਮੈਂ ਉਸੇ ਤਰ੍ਹਾਂ ਸਕੂਲ ਜਾਂਦੀ, ਸਕੂਲੋਂ ਆ ਕੇ ਆਪਣੇ ਕਮਰੇ 'ਚ ਬੈਠ ਕੇ ਕੋਈ ਨਾਵਲ ਪੜ੍ਹਨ ਲੱਗ ਜਾਂਦੀ। ਨਾਵਲ ਦੇ ਸੰਸਾਰ ਵਿੱਚ ਵਿਚਰਦੀ ਮੈਂ ਆਲੇ ਦੁਆਲੇ ਦੇ ਸੰਸਾਰ ਨੂੰ ਉੱਕਾ ਭੁੱਲ ਜਾਂਦੀ। ਘਰ ਵਿੱਚ ਜੋ ਕੁਝ ਹੋ ਰਿਹਾ ਸੀ ਉਸ ਨਾਲ ਜਿਵੇਂ ਮੇਰਾ ਕੋਈ ਵਾਸਤਾ ਨਹੀਂ ਸੀ। ਫਿਰ ਵਿਆਹ ਦਾ ਦਿਨ ਵੀ ਆ ਗਿਆ। ਸਹੇਲੀਆਂ ਨੂੰ ਦੇਣ ਲਈ ਦਿੱਤੇ ਕਾਰਡ ਉਸੇ ਤਰ੍ਹਾਂ ਮੇਰੇ ਮੇਜ਼ ਤੇ ਪਏ ਸਨ। ਐਤਵਾਰ ਨੂੰ ਵਿਆਹ ਸੀ ਤੇ ਸ਼ਨਿਚਰਵਾਰ ਵੀ ਮੈਂ ਸਕੂਲ ਗਈ ਸੀ। ਸਕੂਲ ਵਿੱਚ ਕਿਸੇ ਨੂੰ ਕੁਝ ਪਤਾ ਨਹੀਂ ਸੀ। ਸ਼ਨਿਚਰਵਾਰ ਘਰ ਵਿੱਚ ਬਹੁਤ ਸ਼ੋਰ ਸ਼ਰਾਬਾ ਸੀ ਤੇ ਮੇਰਾ ਸਿਰ ਦੁਖਣ ਲੱਗ ਪਿਆ ਸੀ। ਐਸਪਰੋ ਦੀਆਂ 2 ਗੋਲੀਆਂ ਲੈ ਕੇ ਮੈਂ ਸਮਾਨ ਵਾਲੇ ਅੰਦਰ ਜਾ ਕੇ ਚਾਰੇ ਪਾਸਿਆਂ ਤੋਂ ਕਮਰਾ ਬੰਦ ਕਰਕੇ ਪੱਖਾ ਲਾ ਕੇ ਪੈ ਗਈ ਸੀ। ਮੈਂ ਕੁਝ ਸੋਚਣ ਦੀ ਕੋਸ਼ਿਸ਼ ਵੀ ਕੀਤੀ, ਪਰ ਜਿਵੇਂ ਹੰਭ ਗਈ ਸੀ। ਕੁਝ ਵੀ ਸੋਚਿਆ ਨਹੀਂ ਸੀ ਜਾ ਰਿਹਾ। ਮੇਲਣਾ ਗੇਲਣਾ ਕੁੜੀਆਂ ਚਿੜੀਆਂ ਨੇ ਮੈਨੂੰ ਲੱਭਣਾ ਚਾਹਿਆ, ਪਰ ਬੇਜੀ ਨੇ ਆਖ ਦਿੱਤਾ ਉਸ ਦਾ ਤਾਂ ਸਿਰ ਦੁਖਦਾ ਹੈ। ਪਰ ਬਲਵੰਤ ਭਾਬੀ ਬਾਹਰ ਖੜਕਾ ਕੇ ਅੰਦਰ ਲੰਘ ਗਈ। ਕਿਉਂ ਬੀਬੀ ਜੀ, ਕੀ ਗੱਲ ਹੈ? ਉਸਨੇ ਹੱਸ ਕੇ ਪੁੱਛਿਆ। ਗੱਲ ਤਾਂ ਭਾਬੀ ਜੀ ਕੋਈ ਨਹੀਂ। ਫਿਰ ਅੰਦਰ ਕਿਉਂ ਪੈ ਗਏ ਚੁੱਪ ਕਰਕੇ? ਸਿਰ ਦੁਖਦਾ ਹੈ। ਪਰ ਸਿਰ ਕਿਉਂ ਦੁਖਦਾ ਹੈ? ਪਤਾ ਨਹੀਂ। ਪਰ ਬੀਬੀ ਜੀ, ਮੈਂ ਤੁਹਾਨੂੰ ਦੱਸਾਂ, ਤੁਹਾਡੇ ਭਰਾ ਜੀ ਤਾਂ ਬਲਾਈ ਗੁੱਸੇ ਹੁੰਦੇ ਸੀ। ਆਖੇ ਬੇਬੇ ਜੀ ਹੋਰਾਂ ਨੇ ਨਾ ਕਿਸੇ ਨੂੰ ਪੁੱਛਿਆ ਨਾ ਦੱਸਿਆ, ਚੁੱਪ ਕਰਕੇ ਆਪੇ ਹੀ ਸਾਕ ਕਰਤਾ। ਕੁਛ ਦੇਖਦੇ ਭਾਲਦੇ ਤਾਂ ਸਹੀ। ਜਦੋਂ ਦਾ ਪਤਾ ਲੱਗਿਆ, ਸੱਚੀ ਗੱਲ ਹੈ, ਸਾਨੂੰ ਤਾਂ ਰੋਟੀ ਕਿਹੜਾ ਸਵਾਦ ਲੱਗੀ ਹੈ। ਚਰਨੀ ਦੱਸਦਾ ਸੀ, ਗਿਆ ਹੋਣਾ ਸ਼ਗਨ ਪਾਉਣ ਨਾਲ। ਆਖੇ ਬਹੁਤ ਗਲਤ ਕਰ ਰਹੇ ਨੇ ਸਾਰੇ ਜਾਣੇ। ਭਾਬੀ ਪਤਾ ਨਹੀਂ ਕੀ ਕੁਝ ਆਖੀ ਜਾ ਰਹੀ ਸੀ। ਕੀ ਹੋ ਗਿਆ? ਮੈਂ ਬੇਹੱਸ ਜਿਹੀ ਆਵਾਜ਼ 'ਚ ਪੁੱਛਿਆ। ਭਾਵੇਂ ਕੁਛ ਨਾ ਹੋਇਆ ਹੋਵੇ। ਦੇਖੋ ਨਾ ਬੀਬੀ ਜੀ,
ਰਿਸ਼ਤਾ ਕਰਨ ਵੇਲੇ ਆਪਾਂ 100 ਪੁੱਛ ਪੜਤਾਲ ਕਰਦੇ ਆਂ। ਇਹ ਕੋਈ ਛੋਟੀ ਜਿਹੀ ਗੱਲ ਤਾਂ ਹੁੰਦੀ ਨਹੀਂ। ਭਾਬੀ ਪਤਾ ਨਹੀਂ ਕੀ ਉਗਦੀਆਂ ਪਤਾਲ ਮਾਰੀ ਜਾਂਦੀ ਸੀ। ਮੈਨੂੰ ਕੱਖ ਸਮਝ ਨਹੀਂ ਸੀ ਆ ਰਹੀ। ਬਾਹਰ ਖੁੱਲ੍ਹਾ ਦੇਖ ਮਾਮੀ ਵੀ ਅੰਦਰ ਆ ਗਈ। ਰਾਜੀ ਐ ਦਲੀਪ ਕੁਰੇ, ਢਿੱਲੀ ਜੀ ਦਿਸਦੀ ਐ। ਰੱਬ ਤੈਨੂੰ ਘਰ ਦੇ ਭਾਗ ਲਾਵੇ। ਘਰ ਤਾਂ ਆਖਦੇ ਨੇ ਬੜਾ ਤਕੜਾ ਹੈ। ਤਕੜਾ ਘਰ ਤਾਂ ਇਹਨਾਂ ਨੇ ਫਿਰ ਦੇਖਣਾ ਹੀ ਸੀ। ਨਾਲੇ ਏਡੇ ਘਰ ਦੀ ਧੀ ਨੂੰ ਕਿਤੇ ਮਾੜੇ ਮੋਟੇ ਥਾਂ ਥੋੜੀ ਨੇ ਦੇਣ ਲੱਗੇ ਸੀ। ਤੇਰੀ ਬੀਬੀ ਬੌਸ ਕਰਦੀ ਸੀ ਬਈ ਸਾਨੂੰ ਕਿਸੇ ਨੂੰ ਪੁੱਛਿਆ ਦੱਸਿਆ ਹੀ ਨਹੀਂ। ਨਾਲੇ ਨਾਨਕਿਆਂ ਦਾ ਤਾਂ ਪੂਰਾ ਹੱਕ ਹੁੰਦਾ ਜਾਣਨ ਭਾਲਣ ਦਾ। ਪਰ ਪੜ੍ਹੇ ਲਿਖੇ ਨੇ, ਸਾਨੂੰ ਪੇਂਡੂਆਂ ਨੂੰ ਪਤਾ ਵੀ ਕੀ ਹੈ। ਸਾਨੂੰ ਤਾਂ ਕਾਟ ਤੋਂ ਹੀ ਪਤਾ ਲੱਗਿਆ। ਚੱਲ ਉਹ ਜਾਣੋ ਸਿਰੋਂ ਭਾਰ ਲਹੂ। ਜ਼ਮੀਨ ਜਾਇਦਾਦ ਬਥੇਰੀ ਦੱਸਦੇ ਨੇ। ਮੈਨੂੰ ਕਿਸੇ ਦੀ ਵੀ ਗੱਲ ਵਿੱਚ ਕੋਈ ਦਿਲਚਸਪੀ ਨਹੀਂ ਸੀ। ਲੱਗਦਾ ਸੀ ਪਤਾ ਨਹੀਂ ਇਹ ਕਾਹਦੀਆਂ ਗੱਲਾਂ ਕਰੀ ਜਾਂਦੇ ਨੇ। ਚਰਨੀ ਸਾਡੇ ਨੌਕਰ ਨੂੰ ਪਤਾ ਨਹੀਂ ਕਿਹਨੇ ਕੀ ਆਖਿਆ ਸੀ ਤੇ ਉਹਨੇ ਆ ਕੇ ਪਤਾ ਨਹੀਂ ਕਿਹਨੂੰ ਕੀ। ਸਾਰੇ ਧੁਰ ਅੰਦਰ ਕਿਤੇ ਨਾ ਕਿਤੇ ਬੇਚੈਨ ਜਿਹੇ ਦੱਸਦੇ ਸਨ, ਪਰ ਮੈਨੂੰ ਕਿਸੇ ਨੇ ਕੁਝ ਨਹੀਂ ਸੀ ਦੱਸਿਆ। ਦਾਦੀ ਮਾਂ 1-2 ਵਾਰੀ ਬੌਂਦਲੀ ਜਿਹੀ ਅੰਦਰ ਆਈ, ਬਿਨਾਂ ਕੁਝ ਆਖੇ ਸੁਣੇ ਪਰਤ ਗਈ। ਲੋ ਸੁਣ ਲਓ, ਕੁੜੀ ਦਾ ਪਿਓ ਕਿਤੇ ਥਿਆਉਂਦਾ ਹੀ ਨਹੀਂ, ਪੀ ਪਿਆ ਹੋਣਾ ਕਿਤੇ। ਬੇਜੀ ਉੱਚੀ ਸਾਰੀ ਕਿਸੇ ਨੂੰ ਆਖ ਰਹੇ ਸਨ। ਤੁਸੀਂ ਸਾਰੇ ਹੈਗੇ ਉਸ ਦੀ ਥਾਂ, ਉਸ ਨੂੰ ਕਾਹਦਾ ਫਿਕਰ ਹੈ? ਦਾਦੀ ਮਾਂ ਨੇ ਜਵਾਬ ਦਿੱਤਾ ਸੀ। ਉਹ ਤਾਂ ਸੱਚਿਓ ਸ਼ਰਾਬ ਪੀ ਗੁੱਟ ਹੋਏ ਪ੍ਰੇਮ ਸਿਉਂ ਦੇ ਕੋਠੇ 'ਚ ਖੂਹ ਤੇ ਪਏ ਨੇ। ਮੈਂ ਬਥੇਰਾ ਉਠਾਲ ਹਟਿਆ, ਆਖਿਆ ਘਰ ਬੀਬਾ ਦੀ ਬਰਾਤ ਆਉਣ ਵਾਲੀ ਹੈ। ਸਗੋਂ ਮੈਨੂੰ ਝੜਕ ਕੇ ਪਏ, ਅਖੇ ਸਾਲਿਆ ਮੈਂ ਨਹੀਂ ਕਿਸੇ ਨੂੰ ਜਾਣਦਾ, ਮੇਰੀ ਨਹੀਂ ਕੋਈ ਧੀ। ਬਚਨ ਉੱਚੀ ਹੱਸ ਕੇ ਦੱਸ ਗਿਆ ਸੀ। ਭਾਬੀ ਜੀ ਮੇਰਾ ਦਿਲ ਜਿਹਾ ਘਟ ਰਿਹਾ। ਮੈਂ ਬਲਵੰਤ ਭਾਬੀ ਨੂੰ ਆਖਿਆ ਸੀ, ਤੁਸੀਂ ਉੱਪਰ ਚੱਲ ਕੇ ਸਾਡੇ ਵਾਲੇ ਚੁਬਾਰੇ 'ਚ ਪੈ ਜਾਓ ਪੱਖਾ ਲਾ ਕੇ। ਚਲੋ ਮੈਂ ਨਾਲ ਚੱਲਦੀ ਹਾਂ, ਇੱਥੇ ਤਾਂ ਰੌਲਾ ਗੋਲਾ ਬੜਾ ਹੈ, ਭਾਬੀ ਨੇ ਕਿਹਾ। ਮੈਂ ਉੱਪਰ ਚੁਬਾਰੇ 'ਚ ਜਾ ਕੇ ਪੈ ਗਈ ਤੇ ਫਿਰ ਪਤਾ ਨਹੀਂ ਕਦੋਂ ਨੀਂਦ ਆ ਗਈ। ਅੱਧੀ ਕੁ ਰਾਤ ਤੇਜਾ ਸਿੰਘ ਭਰਾ ਜੀ ਦੀ ਵਹੁਟੀ ਹਰਨਾਮ ਕੌਰ ਨੇ ਮੇਰੀ ਬਾਂਹ ਫੜ ਕੇ ਹਲੂਣੀ ਤੇ ਆਖਿਆ, ਬੀਬਾ ਜੀ ਉੱਠੋ, ਬਰਾਤ ਰੋਟੀ ਖਾ ਰਹੀ ਹੈ। ਲੜਕਾ ਤਾਂ ਦੇਖ ਲਓ ਬਲਾ ਹੀ ਸੋਹਣਾ ਹੈ। ਮੈਂ ਬੇਸੁਰਤੀ ਜਿਹੀ ਵਿੱਚ ਭਾਬੀ ਵੱਲ ਝਾਕੀ ਤੇ ਆਖਿਆ, ਨਹੀਂ ਭਾਬੀ ਜੀ ਮੇਰਾ ਸਿਰ ਦੁਖਦਾ। ਮੈਂ ਘੁੱਟ ਦਿਆਂ, ਬਾਮ ਲਾ ਦਿਆਂ, ਕੋਈ ਗੋਲੀ ਪਤਾ ਕਰਾਂ? ਭਾਬੀ ਮੇਰੇ ਕੋਲ ਹੀ ਬੈਠ ਕੇ ਪੁੱਛ ਰਹੀ ਸੀ। ਮੇਰੀਆਂ ਅੱਖਾਂ ਭਰ ਆਈਆਂ। ਮਾਂ ਵਰਗੀ ਭਾਬੀ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ ਤੇ ਬੋਲੀ, ਸਾਨੂੰ ਤਾਂ ਤੁਸੀਂ ਆਪਣੀ ਬੀਬਾ ਜੋਗਿੰਦਰ ਵਰਗੇ ਹੋ। ਇਹ ਨਾ ਸੋਚਿਓ ਬਈ ਮਾਮਾ ਜੀ ਸ਼ਰਾਬ ਪੀਂਦਾ। ਸਾਡੇ ਲਈ ਤਾਂ ਤੁਸੀਂ ਬਾਬਾ ਜੀ ਦੀ ਧੀ ਹੋ। ਅਸੀਂ ਤਾਂ ਧੰਨੀ, ਭਾਵੇਂ ਉਹ ਪਤਾ ਨਹੀਂ ਕੌਣ ਸੀ, ਬਸ ਬਾਬਾ ਜੀ ਹੋਰਾਂ ਕਰਕੇ ਅਸੀਂ ਉਸ ਨੂੰ ਬਾਬਾ ਜੀ ਦੀ ਧੀ ਹੀ ਮੰਨਿਆ। ਧੰਨੀ ਦੀ ਵੀ ਅਜੀਬ ਕਹਾਣੀ ਸੀ। ਕਹਿੰਦੇ ਨੇ ਜਦੋਂ ਫੁੱਫੜ ਜੀ ਕੋਤਵਾਲ ਸਨ, ਇੱਕ ਜਨਾਨੀ ਨੇ ਰਿਪੋਰਟ ਕੀਤੀ ਕਿ ਉਹਦਾ ਆਦਮੀ ਕਿਸੇ ਦੀ ਕੁੜੀ ਚੁੱਕ ਲਿਆਇਆ ਹੈ। ਆਦਮੀ ਫੜ ਲਿਆ ਤੇ ਉਹ ਲੜਕੀ ਵੀ ਕੋਤਵਾਲੀ ਲੈ ਆਂਦੀ। ਪਤਾ ਲੱਗਿਆ ਕਿਸੇ ਪਹਾੜ ਤੇ ਉਹਦਾ ਘਰ ਸੀ। ਉਹਦੀ ਦਾਦੀ ਮਾਂ ਮਰ ਗਈ ਸੀ ਤੇ ਉਹਦੀ ਮਤਰੇਈ ਮਾਂ ਨੇ ਉਹਨੂੰ ਕਿਸੇ ਕੋਲ ਵੇਚ ਦਿੱਤਾ ਸੀ। ਉਸ ਆਦਮੀ ਨੇ ਅੱਗੋਂ ਕਿਸੇ ਹੋਰ ਨੂੰ ਵੇਚ ਦਿੱਤੀ ਸੀ। ਸਿਰੇ ਤੱਕ ਪਤਾ ਕੀਤਾ, ਹੁਣ ਤੱਕ ਉਹਦਾ ਪਿਓ ਵੀ ਮਰ ਗਿਆ ਹੋਇਆ ਸੀ। ਮਤਰੇਈ ਉਹਨੂੰ ਲੈਣ ਨੂੰ ਤਿਆਰ ਨਹੀਂ ਸੀ। ਜਿਸ ਆਦਮੀ ਨੇ ਖਰੀਦੀ ਸੀ, ਉਹਦੀ ਘਰਵਾਲੀ ਫਸਾਦ ਖੜਾ ਕਰੀ ਬੈਠੀ ਸੀ। ਕੋਤਵਾਲੀ ਵਿੱਚ ਬੈਠੀ ਨੂੰ ਉਹਨੂੰ ਦਿਲ ਢਲ ਗਿਆ। ਰਾਤ ਉਤਰ ਆਈ। 6-7 ਵਰ੍ਹਿਆਂ ਦੀ ਉਹ ਬਾਲੜੀ ਅਜਨਬੀ ਲੋਕਾਂ ਦੇ ਮੂੰਹਾਂ ਵੱਲ ਵੇਖ ਰਹੀ ਸੀ। ਕੁਮਲਾਇਆ ਮੂੰਹ ਦੇਖ ਫੁੱਫੜ ਜੀ ਨੇ ਉਹਨੂੰ ਪੁੱਛਿਆ ਸੀ, ਭੁੱਖ ਲੱਗੀ ਹੈ? ਉਸਨੇ ਹਾਂ ਵਿੱਚ ਸਿਰ ਹਿਲਾਇਆ। ਫੁੱਫੜ ਜੀ ਨੇ ਇੱਕ ਸਿਪਾਹੀ ਨੂੰ ਆਖਿਆ, ਜਾ ਉੱਪਰ ਇਹਦੀ ਬੇਜੀ ਕੋਲ ਛੱਡ ਆ। ਉਹ ਉੱਪਰ ਬੇਜੀ ਕੋਲ ਛੱਡ ਗਿਆ। ਰੋਟੀ ਖਾ ਕੇ ਉਸਨੇ ਬੇਜੀ ਨੂੰ ਪੁੱਛਿਆ, ਤੁਸੀਂ ਮੇਰੇ ਬੇਜੀ ਹੋ? ਹਾਂ, ਬੇਜੀ ਨੇ ਆਖਿਆ ਤੇ ਨਾਲ ਹੀ ਦੱਸਿਆ, ਦੂਜੇ ਤੇਰੇ ਵੱਡੇ ਬੇਜੀ ਨੇ ਤੇ ਹੇਠਾਂ ਤੇਰੇ ਬਾਪੂ ਜੀ ਨੇ। ਉਸਨੇ ਅਗਲੀ ਗੱਲ ਪੁੱਛੀ। ਬੇਜੀ ਨੇ ਮਜ਼ਾਕ ਨਾਲ ਆਖ ਦਿੱਤਾ, ਹਾਂ ਉਹ ਤੇਰੇ ਬਾਪੂ ਜੀ ਨੇ। ਪਰ ਉਹ ਅਭੋਲ ਯਤੀਮ ਪਹਾੜਨ ਕੁੜੀ ਨੂੰ ਮਜ਼ਾਕ ਨਹੀਂ, ਇਹ ਸੱਚ ਲੱਗਿਆ ਸੀ। ਤੇ ਫਿਰ ਉਹ ਬੇਜੀ ਬਾਪੂ ਜੀ ਕਰਦੀ ਉਸ ਘਰ ਨੂੰ ਆਪਣਾ ਸਮਝ ਮੇਰਾ ਕਰਨ ਲੱਗ ਪਈ। ਇਸ ਰਸਤੇ ਤੋਂ ਅਨਕਾਰੀ ਹੋ ਕੇ ਸੱਚ ਆਖ ਦੇਣ ਦਾ ਜਿਵੇਂ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ। ਤੇ ਫਿਰ ਇਹੀ ਸੱਚ ਬਣ ਗਿਆ ਕਿ ਉਹ ਇਸ ਘਰ ਦੀ ਧੀ ਸੀ।
ਇਸ ਘਰ ਦੀ ਧੀ ਵਾਂਗ ਹੀ ਬੜੇ ਤਕੜੇ ਘਰ ਪੁਲਿਸ ਸੁਪਰਡੈਂਟ ਧਾਲੀਵਾਲ ਦੇ ਸਾਲੇ ਨਾਲ ਉਸ ਦਾ ਵਿਆਹ ਹੋਇਆ ਤੇ ਫਿਰ ਆਖਦੇ ਨੇ ਉਹਦੇ ਸਹੁਰਿਆਂ ਨੇ ਉਹਦੇ ਘਰ ਵਾਲੇ ਨੇ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਕਦੇ ਇਹ ਲਿਆ ਕਦੇ ਉਹ ਲਿਆ, ਅਖੇ ਉਹਨਾਂ ਹੋਰ ਕਿਹਨੂੰ ਦੇਣਾ ਏ। ਕੁਝ ਚਿਰ ਉਹ ਚੀਜ਼ਾਂ ਮੰਗ ਮੰਗ ਕੇ ਲੈ ਜਾਂਦੀ ਰਹੀ ਤੇ ਫਿਰ ਪਤਾ ਨਹੀਂ ਉਹਨੂੰ ਕੀ ਹੋ ਗਿਆ। ਆਖਣ ਲੱਗੀ, ਮੈਂ ਆਪਣੇ ਮਾਪਿਆਂ ਦਾ ਘਰ ਢੋ ਢੋ ਕੇ ਉਹਨਾਂ ਦੇ ਘਰ ਕਿਉਂ ਸੱਟ ਦਿਆਂ ਜਿੱਥੇ ਮੈਂ ਰਹਿਣਾ ਹੀ ਨਹੀਂ। ਪਰ ਉੱਥੇ ਨਹੀਂ ਰਹੇਗੀ ਤਾਂ ਹੋਰ ਕਿੱਥੇ ਰਹੇਗੀ? ਬੇਜੀ ਨੇ ਖਿੱਝ ਕੇ ਆਖਿਆ ਸੀ। ਮੈਂ ਉੱਥੇ ਰਹੂੰਗੀ ਨਾ ਇੱਥੇ ਰਹੂੰਗੀ, ਮੈਂ ਤਾਂ ਕਿਤੇ ਵੀ ਨਹੀਂ ਰਹਿਣਾ। ਬੇਜੀ ਦੱਸਦੇ ਸਨ, ਪਤਾ ਨਹੀਂ ਕਿਹੜੀ ਚੰਦਰੀ ਘੜੀ ਮੂੰਹੋਂ ਕੱਢਿਆ, ਬਰੀਕੀ ਤਾਪ ਨਾਲ ਅਜਿਹੀ ਮੰਜੇ ਤੇ ਪਈ ਮੁੜ ਨਹੀਂ ਉੱਠੀ ਤੇ ਇਉਂ ਧੰਨੀ ਇਸ ਘਰ ਚੋਂ ਆਪਣੀ ਕਹਾਣੀ ਮੁਕਾ ਗਈ ਸੀ, ਜਿਸ ਨੂੰ ਯਾਦ ਕਰਕੇ ਅਜੇ ਤੱਕ ਬੇਜੀ ਰੋ ਪੈਂਦੇ ਨੇ। ਉਸੇ ਧੰਨੀ ਬਾਰੇ ਹਰਨਾਮ ਕੌਰ ਭਾਬੀ ਆਖ ਰਹੀ ਸੀ। ਫਿਰ ਪਤਾ ਨਹੀਂ ਕਦੋਂ ਮੈਨੂੰ ਨੀਂਦ ਆ ਗਈ। ਸਵੇਰੇ ਸਵੇਰੇ ਬੇਜੀ ਨੇ ਜਗਾਇਆ, ਉੱਠ ਕੇ ਨਹਾ ਲੈ। ਨਹਾਉਣ ਲਈ ਜਦੋਂ ਗੁਸਲਖਾਨੇ ਵਿੱਚ ਜਾਣ ਲੱਗੀ ਤਾਂ ਬੇਜੀ ਨੇ ਪਿਆਜ਼ੀ ਰੰਗ ਦਾ ਸੂਟ ਨਾਲ ਗੋਟੇ ਵਾਲੀ ਚੁੰਨੀ ਫੜਾਉਂਦਿਆਂ ਆਖਿਆ, ਇਹ ਪਾ ਲੈ, ਇਹ ਤਾਂ ਮੇਰੇ ਬਹੁਤ ਵੱਡਾ ਹੋ। ਸਲਵਾਰ ਆਪਣੀ ਲਾ ਕੇ ਬੇਜੀ ਨੂੰ ਵਿਖਾਉਂਦਿਆਂ ਮੈਂ ਆਖਿਆ। ਹਾਂ, ਵੱਡਾ ਸੀ ਸੂਟ। ਕੱਪੜੇ ਤਾਂ ਸਾਰੇ ਪੱਕੇ ਮੇਚ ਦੇ ਬਣੇ ਸਨ, ਕਿਉਂਕਿ ਮੈਂ ਅਜੇ ਵਧਣਾ ਸੀ। ਲਿਆ ਸਲਵਾਰ ਉੱਚੀ ਕਰਦਿਆਂ ਬੇਜੀ ਨੇ ਸੂਟ ਵਾਪਸ ਫੜਦਿਆਂ ਆਖਿਆ, ਆਪਣੇ ਬਕਸ ਚੋਂ ਕੋਈ ਪਾ ਲੈਣੀ ਆ। ਆਖ ਮੈਂ ਆਪਣੇ ਸੂਟਾਂ ਵਿੱਚੋਂ ਇੱਕ ਜਾਮਨੀ ਰੰਗ ਦਾ ਸੂਟ ਕੱਢ ਕੇ ਨਹਾਉਣ ਚਲੀ ਗਈ। ਨਹਾ ਕੇ ਆਈ, ਸ਼ੀਸ਼ੇ ਅੱਗੇ ਬਾਲ ਬੋਹਣ ਲੱਗੀ। ਭੂਆ ਜੀ ਨੇ ਕੁਝ ਗਹਿਣਿਆਂ ਦੇ ਡੱਬੇ ਕੋਲ ਲਿਆ ਕੇ ਰੱਖ ਦਿੱਤੇ। ਤੂੰ ਪਵਾ ਦੇ, ਬਲਵੰਤ ਭਾਬੀ ਨੂੰ ਇਹ ਆਖ ਕੇ ਉਹ ਆਪ ਬਾਹਰ ਚਲੇ ਗਏ। ਪੌਣੇ ਨੇ ਬੀਬਾ, ਭਾਬੀ ਨੇ ਪੁੱਛਿਆ। ਮੈਂ ਨਾਂਹ ਵਿੱਚ ਸਿਰ ਹਿਲਾ ਦਿੱਤਾ। ਚੂੜੀਆਂ ਤਾਂ ਪਾ ਹੀ ਲਓ, ਭਾਬੀ ਨੇ ਚੂੜੀਆਂ ਡੱਬੇ ਵਿੱਚੋਂ ਕੱਢਦਿਆਂ ਆਖਿਆ। ਫਿਰ ਭਾਬੀ ਨੇ ਮੇਰਾ ਹੱਥ ਫੜ ਚੂੜੀਆਂ ਪਾ ਦਿੱਤੀਆਂ, ਪਰ ਇਹ ਚੂੜੀਆਂ ਵੀ ਪੱਕੇ ਮੇਰੇ ਦੀਆਂ ਬਣੀਆਂ ਹੋਈਆਂ ਸਨ। ਮੇਰੀ ਕੂਹਣੀ ਤੋਂ ਵੀ ਉੱਪਰ ਤੱਕ ਚਲੀਆਂ ਗਈਆਂ। ਦੋ ਕੁ ਵਾਰੀ ਹੇਠਾਂ ਉੱਪਰ ਛਿਨਕਾ ਕੇ ਮੈਂ ਭਾਬੀ ਨੂੰ ਆਖਿਆ, ਮੇਰੇ ਮੇਚ ਦੀ ਕੋਈ ਚੀਜ਼ ਨਹੀਂ, ਤੇ ਚੂੜੀਆਂ ਲਾ ਕੇ ਭਾਬੀ ਨੂੰ ਫੜਾ ਦਿੱਤੀਆਂ। ਉਸਨੇ ਉਸੇ ਡੱਬੇ ਵਿੱਚ ਰੱਖ ਦਿੱਤੀਆਂ ਜਿੱਥੋਂ ਕੱਢੀਆਂ ਸਨ। ਬਲਵੰਤ ਭਾਬੀ ਕਿੰਨਾ ਚਿਰ ਮੇਰੇ ਲੱਕ ਤੋਂ ਥੱਲੇ ਤੱਕ ਪੈਂਦੇ ਭਾਰੇ ਬਾਲ ਵਾਹੁੰਦੀ ਰਹੀ ਤੇ ਨਾਲੇ ਅੱਖਾਂ ਚੋਂ ਹੰਝੂ ਘੇਰਦੀ ਰਹੀ। ਕੀ ਗੱਲ ਭਾਬੀ ਜੀ? ਮੈਂ ਪੁੱਛਿਆ ਸੀ। ਕੋਈ ਗੱਲ ਨਹੀਂ, ਉਸਨੇ ਅੱਖਾਂ ਪੂੰਝ ਕੇ ਆਖਿਆ ਸੀ। ਰਘਵੀਰ ਭਰਾ ਜੀ ਕਿੱਥੇ ਨੇ? ਮੈਂ ਪੁੱਛਿਆ। ਰਘਵੀਰ ਭਰਾ ਜੀ ਵੱਡੇ ਬੇਜੀ ਦਾ ਭਾਂਜਾ ਸੀ, ਗਹਿਰ ਗੰਭੀਰ ਸਾਊ ਤੇ ਲੈਕ ਬੰਦਾ। ਨਾ ਸ਼ਰਾਬ ਪੀਂਦਾ ਸੀ, ਨਾ ਵਹੁਟੀ ਨਾਲ ਲੜਦਾ ਸੀ, ਨਾ ਮਾਂ ਬਾਪ ਦੇ ਕਹਿਣੇ ਤੋਂ ਬਾਹਰ ਸੀ। ਪੜ੍ਹ ਲਿਖ ਕੇ ਨੌਕਰੀ ਕਰ ਰਿਹਾ ਸੀ ਤੇ ਔਖੇ ਸੌਖੇ ਵੇਲੇ ਸਭ ਦੇ ਕੰਮ ਆਉਣ ਵਾਲਾ ਬੰਦਾ ਸੀ। ਮੈਨੂੰ ਔਖੇ ਤੋਂ ਔਖੇ ਸਵਾਲ ਰਘਵੀਰ ਭਰਾ ਜੀ ਸਮਝਾ ਦਿੰਦੇ ਸਨ। ਮਨ ਹੋਇਆ ਕੁਝ ਪੁੱਛਾਂ, ਪਰ ਇਹ ਸਭ ਮੈਨੂੰ ਆਪ ਨੂੰ ਹੀ ਸਮਝ ਨਹੀਂ ਸੀ ਲੱਗ ਰਿਹਾ। ਉਹ ਤਾਂ ਪਿੰਡ ਗਿਆ, ਤਾਰ ਆ ਗਈ ਸੀ। ਸ਼ਾਇਦ ਉਹਦੀ ਵਹੁਟੀ ਬਿਮਾਰ ਹੈ, ਤਾਂ ਹੀ ਤਾਂ ਵਿਆਹ ਤੇ ਨਹੀਂ ਆਈ। ਵਹੁਟੀ ਨੂੰ ਇੱਥੇ ਕਿਉਂ ਨਹੀਂ ਰੱਖਦੇ? ਉਹਦੀ ਭੈਣ ਆ ਨਾ ਬੀਬੀ ਪਿਰਤੋ, ਉਹ ਰੰਡੀ ਹੋ ਗਈ। ਨਿੱਕੇ ਨਿੱਕੇ ਜਵਾਕ ਨੇ, ਉਹਨਾਂ ਕੋਲ ਰਹਿੰਦੀ ਏ ਇਹਦੀ ਵਹੁਟੀ, ਤਾਂ ਹੀ ਤਾਂ ਹਰੇਕ ਵਾਰ ਐਤਵਾਰ ਉੱਥੇ ਜਾਂਦਾ ਹੈ। ਭਨੋਈਏ ਨੂੰ ਵੀ ਬਿਮਾਰ ਨੂੰ ਵਿਚਾਰਾ ਸਹੁੰ ਥਾਈਂ ਲਈ ਫਿਰਿਆ, ਪਰ ਬਚਿਆ ਨਾ। ਹੁਣ ਭੈਣ ਲਈ ਦੇਖ ਲੈ, ਇੰਨਾ ਕਰਦਾ। ਤੇ ਭਾਬੀ ਜੀ ਤੁਹਾਡਾ ਭਰਾ? ਹੁਣ ਤਾਂ ਵੱਡਾ ਹੋ ਗਿਆ ਹੋਊ ਕੁਛ, ਪਰ ਤੁਹਾਡੇ ਭਰਾ ਜੀ ਮੰਨ ਨਹੀਂ ਨਾ ਦਿੰਦੇ, ਆਖਦੀ ਭਾਬੀ ਨੇ ਫੇਰ ਅੱਖਾਂ ਭਰ ਲਈਆਂ। ਇੰਨੇ ਨੂੰ ਹਰਭਜਨ ਭਰਾ ਜੀ ਅੰਦਰ ਆਏ। ਭਾਬੀ ਨੂੰ ਆਖਣ ਲੱਗੇ, ਆ ਜਾਓ ਬਾਹਰ, ਬੀਬੀ ਨੂੰ ਵੀ ਲੈ ਆਓ। ਬਾਹਰ ਅਜੇ ਮੂੰਹ ਹਨੇਰਾ ਸੀ। ਥੋੜੇ ਜਿਹੇ ਲੋਕ ਜਿਨ੍ਹਾਂ ਰਾਤ ਘੱਟ ਸ਼ਰਾਬ ਪੀਤੀ ਸੀ ਤੇ ਸਵੇਰੇ ਉੱਠ ਸਕੇ ਸਨ, ਵਿਹੜੇ ਵਿੱਚ ਸ਼ਮਿਆਨੇ ਹੇਠਾਂ ਗੁਰੂ ਮਹਾਰਾਜ ਅੱਗੇ ਬੈਠੇ ਸਨ। ਭਾਬੀ ਮੇਰੀ ਬਾਂਹ ਫੜ ਕੇ ਉੱਥੋਂ ਤੱਕ ਲੈ ਗਈ। ਮੈਨੂੰ ਅੱਗੇ ਬਿਠਾ ਕੇ ਆਪ ਜ਼ਰਾ ਪਿੱਛੇ ਹੋ ਕੇ ਬੈਠ ਗਈ। ਸੱਜੇ ਪਾਸੇ ਮੇਰੇ ਬਰਾਬਰ ਕੌਣ ਬੈਠਾ ਸੀ, ਮੈਂ ਉੱਧਰ ਝਾਕੀ ਨਹੀਂ। ਛੇਤੀ ਛੇਤੀ ਭਾਈ ਜੀ ਨੇ ਬੈਠਿਆਂ ਤੋਂ ਹੀ 4 ਲਾਵਾਂ ਪੜ੍ਹ ਦਿੱਤੀਆਂ। ਉਸੇ ਤਰ੍ਹਾਂ ਬਾਂਹ ਤੋਂ ਫੜ ਕੇ ਭਾਬੀ ਮੈਨੂੰ ਉਠਾਲ ਕੇ ਅੰਦਰ ਲੈ ਆਈ। ਵਿਆਹ ਹੋਇਆ ਮੇਰੇ ਬਾਬਲਾ, ਰਾਗੀਆਂ ਨੇ ਜਦੋਂ ਉਚਾਰਿਆ ਮੈਨੂੰ ਅਜੀਬ ਜਿਹਾ ਲੱਗਿਆ। ਕੁੜੀਆਂ ਚਿੜੀਆਂ ਦਾ ਝਰਮਟ ਮੇਰੇ ਵੱਲ ਉਲਰਿਆ, ਪਰ ਮੈਂ ਨੀਵੀਂ ਪਾ ਕੇ ਉਹਨਾਂ ਦੇ ਕੋਲੋਂ ਦੀ ਲੰਘ ਕੇ ਆਪਣੇ ਕਮਰੇ ਵਿੱਚ ਆ ਗਈ। ਚਾਹ ਦੇ 2 ਕੱਪ ਭਾਬੀ ਲੈਣ ਚਲੀ ਗਈ। ਜਦੋਂ ਉਹ ਆਈ, ਮੈਂ ਪਤਾ ਨਹੀਂ ਕਿਸ ਗੱਲੋਂ ਗੋਡਿਆਂ 'ਚ ਸਿਰ ਦੇਈ ਹੁਬਕੀ ਹੁਬਕੀ ਰੋ ਰਹੀ ਸੀ।
ਇਸ ਤੋਂ ਮਗਰੋਂ ਭਾਬੀ ਨੇ ਬਾਹਰ ਅੰਦਰੋਂ ਬੰਦ ਕਰ ਦਿੱਤਾ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਮੈਨੂੰ ਬਰਚਾਉਣ ਲੱਗੀ। ਕੁਝ ਚਿਰ ਮਗਰੋਂ ਮੈਂ ਭੁੱਲ ਹੀ ਗਈ ਕਿ ਮੈਂ ਰੋ ਰਹੀ ਸੀ ਜਾਂ ਕਿਉਂ ਰੋ ਰਹੀ ਸੀ। ਕੁਝ ਚਿਰ ਮਗਰੋਂ ਭਾਬੀ ਜਦੋਂ ਮੇਰੇ ਬਿਸਤਰੇ ਤੇ ਪਈ ਸੌਂ ਗਈ ਤਾਂ ਮੈਂ ਉੱਠ ਕੇ ਸਕੂਲ ਦਾ ਕੰਮ ਕਰਨ ਲੱਗ ਪਈ। ਦੁਪਹਿਰੇ ਭਾਬੀ ਕਮਰੇ ਵਿੱਚ ਹੀ ਮੇਰੀ ਤੇ ਆਪਣੀ ਰੋਟੀ ਲੈ ਆਈ। ਤੀਜੇ ਕੁ ਪਹਿਰ ਭੂਆ ਜੀ ਨੇ ਦਰਵਾਜ਼ਾ ਆ ਖੜਕਾਇਆ। ਦੱਸੋ, ਮੈਂ ਬਾਹਰ ਖੋਲ ਕੇ ਕਿਹਾ। ਲੈ ਆਖਦੀ ਆ, ਦੱਸੋ, ਉੱਧਰ ਤੁਰਨ ਦਾ ਵੇਲਾ ਹੋਇਆ ਪਿਆ। ਕੋਈ ਨਹੀਂ ਬੀਬੀ, ਸਭ ਕੁਝ ਤਿਆਰ ਹੈ, ਤੂੰ ਤੱਤੀ ਕਾਹਨੂੰ ਹੁੰਨੀ ਹੈ, ਇਹਨੇ ਕੀ ਕਰਨਾ ਸੀ, ਬੇਜੀ ਨੇ ਪਿੱਛੋਂ ਆ ਕੇ ਆਖਿਆ। ਘੰਟੇ ਕੁ ਮਗਰੋਂ ਬੇਜੀ, ਭਾਬੀ ਦੇ ਤੇ ਘਰ ਦੇ ਬਾਕੀ ਸਾਰੇ ਜੀ ਭੂਆ ਜੀ ਦੇ ਨਾਲ ਮੈਨੂੰ ਫੁੱਲਾਂ ਨਾਲ ਲੱਦੀ ਕਾਰ ਵਿੱਚ ਬਿਠਾ ਗਏ। ਅਗਲੀ ਸੀਟ ਤੇ ਫੁੱਫੜ ਜੀ ਤੇ ਡਰਾਈਵਰ ਸਨ, ਜਿਸ ਕਰਕੇ ਚੁੰਨੀ ਸਿਰ ਤੇ ਸੰਵਾਰ ਕੇ ਲੈਣ ਦੀ ਕੋਈ ਲੋੜ ਨਹੀਂ ਸੀ। ਇੱਕ ਪਾਸੇ ਮੇਰੀਆਂ ਚੀਜ਼ਾਂ ਸੰਭਾਲਦੀ ਸਿਆਮੂ ਨੈਣ ਆ ਬੈਠੀ। ਕਾਕੇ ਨੂੰ ਸੱਦੋ, ਵਿੱਚੋਂ ਕਿਸੇ ਨੇ ਕਿਹਾ। ਉਹ ਤਾਂ ਆਪਣੇ ਦੋਸਤਾਂ ਨਾਲ ਚਲਿਆ ਗਿਆ, ਕਿਸੇ ਨੇ ਆ ਕੇ ਦੱਸਿਆ। ਹੁਣ ਕੀ ਡਰ ਹੈ, ਹੁਣ ਤਾਂ ਵਿਆਹ ਹੋ ਗਿਆ, ਵਿੱਚੋਂ ਕਿਸੇ ਨੇ ਮਜ਼ਾਕ ਕੀਤਾ। ਆਹੋ ਬਈ, ਆਪੇ ਮਾਮੀ ਲੈ ਕੇ ਆਊ, ਵਿਚੋਲਣ ਜੋ ਹੋਈ। ਚੱਲ ਲੈਣ ਦੇ, ਘਰ ਪੁੱਛਦੀ ਆਂ, ਭੂਆ ਜੀ ਆਖ ਰਹੇ ਸਨ। ਕਾਰ ਜਦੋਂ ਤੁਰ ਪਈ, ਕਹਿੰਦੇ ਨੇ ਬਾਪੂ ਜੀ ਪੁੱਛਦੇ ਫਿਰਦੇ ਸਨ, ਮੇਰੀ ਧੀ ਚਲੀ ਗਈ, ਮੈਂ ਤਾਂ ਜਾਂਦੀ ਨੂੰ ਪਿਆਰ ਵੀ ਨਹੀਂ ਦਿੱਤਾ।